ਵੱਡਾ ਨਾਮ ਜਿਹੜਾ ਉਹ ਦੀਵਾਨ ਟੋਡਰਮਲ ਦਾ ਵੀ ਸਾਹਮਣੇ ਆਉਂਦਾ ਹੈ, ਜਿਨ੍ਹਾਂ ਨੇ ਆਪਣਾ ਸਭ ਕੁਝ ਵਾਰ ਦਿੱਤਾ। ਸਿੱਖ ਨਹੀਂ ਸੀ, ਪਰ ਸਿੰਘ ਨਾ ਹੁੰਦਿਆਂ ਵੀ ਉਹਨਾਂ ਦੇ ਹਿਰਦੇ ਦੇ ਵਿੱਚ ਜੋ ਗੁਰੂ ਸਾਹਿਬਾਨਾਂ ਦੇ ਲਈ ਪਿਆਰ ਸੀ ਕਿ ਉਹਨਾਂ ਨੇ ਆਪਣਾ ਸਭ ਕੁਝ ਵਾਰ ਦਿੱਤਾ। ਅੱਜ ਉਹਨਾਂ ਦੀ ਹਵੇਲੀ ਅਸੀਂ ਪਹੁੰਚੇ ਆ। देखो ये जिहड़ियां विरासती इमारतां हैगियां ना, ये किते ना किते 1947 ਦੇ ਵਿੱਚ ਜਦੋਂ ਦੇਸ਼ ਆਜ਼ਾਦ ਹੋਇਆ ਤੇ ਉਸ ਆਜ਼ਾਦੀ ਦਾ ਇਹ ਨੁਕਸਾਨ ਹੋਇਆ ਕਿ ਇਸ ਦੇ ਵਿੱਚ ਇੱਕ ਲੋਕਾਂ ਨੇ ਮੱਝਾਂ ਬੰਨੀਆਂ ਵੀ ਸੀ, ਤੂੜੀ ਪਾਈ ਵੀ ਸੀ, ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਇਹ ਬਿਲਡਿੰਗ ਕੀ ਹੈਗੀ ਹੈ ਕੀ ਨਹੀਂ ਹੈਗੀ। मैं ये भी दस देना चाहना कि सारी जी जमीन हैगी है ना, ये दीवान टोडरमल दी सी और ये लोगों को बाद अलॉटमेंट हो गई, ये बिल्डिंग भी विच अलॉट हो गई होनी है ते उन्होंने इस बिल्डिंग नूं जिहड़ा हैगा जदों अपने नां ते लिया तो उस तो बाद SGPC नूं पता लग गया कि ये बिल्डिंग जिहड़ी हैगी है की हैगी है, इहदी महत्ता SGPC दी देख रेख थल्ले ਇਹਦਾ ਜਿਹੜਾ ਹੈਗਾ ਦੁਬਾਰਾ ਪੁਨਰ ਨਿਰਮਾਣ ਜਿਹੜਾ ਹੈਗਾ ਸ਼ੁਰੂ ਕੀਤਾ ਗਿਆ ਹੈਗਾ। ਇਹ ਹਵੇਲੀ ਦਾ ਨਾਮ ਜਹਾਜ਼ ਹਵੇਲੀ ਸੀ, ਦੀਵਾਨ ਟੋਡਰਮਲ ਜੈਨ ਦੀ ਜਹਾਜ਼ ਹਵੇਲੀ। ਔਰ ਉਸ ਜਹਾਜ਼ ਹਵੇਲੀ ਦੇ ਵਿੱਚ ਤੁਹਾਨੂੰ ਮੈਂ ਇਹ ਵੀ ਦਿਖਾ ਦੇਣਾ ਚਾਹੁੰਦਾ ਕਿ ਇਹ ਜਹਾਜ਼ ਦੀ ਸਮੁੰਦਰੀ ਜਹਾਜ਼ ਜਿਹੜਾ ਹੁੰਦਾ, ਸਮੁੰਦਰੀ ਜਹਾਜ਼ ਦੀ ਤਰ੍ਹਾਂ ਇਹ ਧਰਤੀ ਦੀ ਸਤ੍ਹਾ ਦੇ ਥੱਲੇ ਹੈਗੀ ਹੈ। और साडे जिहड़े इंजीनियर रखे हुए हैगे आ, जदों इहदी खोजबीन करते हैं, इहदे विच जाण दी कोशिश करते हैं तो अल्टीमेटली जिहड़ा हैगा हौली 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 जिहड़ियां हैगियां इहदे थल्ले तो इतिहास जिहड़ा हैगा वो निकलदा जा रहा है। ਅੱਜ ਅਸੀਂ ਪਹੁੰਚੇ ਹਾਂ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ। ਫਤਿਹਗੜ੍ਹ ਸਾਹਿਬ ਆਉਂਦੇ ਆ ਤਾਂ ਅਸੀਂ ਆਪਣੇ ਗੁਰੂਆਂ ਦੀਆਂ ਸ਼ਹਾਦਤਾਂ ਨੂੰ ਚੇਤੇ ਕਰਦੇ ਆ, ਪਰ ਇਹਨਾਂ ਦੇ ਵਿੱਚ ਇੱਕ ਵੱਡਾ ਨਾਮ ਜਿਹੜਾ ਉਹ ਦੀਵਾਨ ਟੋਡਰਮਲ ਦਾ ਵੀ ਸਾਹਮਣੇ ਆਉਂਦਾ ਹੈ, ਜਿਨ੍ਹਾਂ ਨੇ ਆਪਣਾ ਸਭ ਕੁਝ ਵਾਰ ਦਿੱਤਾ। ਸਿੱਖ ਨਹੀਂ ਸੀ, ਪਰ ਸਿੰਘ ਨਾ ਹੁੰਦਿਆਂ ਵੀ ਉਹਨਾਂ ਦੇ ਹਿਰਦੇ ਦੇ ਵਿੱਚ ਜੋ ਗੁਰੂ ਸਾਹਿਬਾਨਾਂ ਦੇ ਲਈ ਪਿਆਰ ਸੀ ਕਿ ਉਹਨਾਂ ਨੇ ਆਪਣਾ ਸਭ ਕੁਝ ਵਾਰ ਦਿੱਤਾ। ਅੱਜ ਉਹਨਾਂ ਦੀ ਹਵੇਲੀ ਅਸੀਂ ਪਹੁੰਚੇ ਆ। ਹਵੇਲੀ ਦੀ ਹਾਲਤ ਦੇਖ ਕੇ ਜ਼ਰੂਰ ਜਿਹੜਾ ਹੈ ਉਹ ਅੱਖਾਂ ਦੇ ਵਿੱਚ ਹੰਝੂ ਵੀ ਆਉਂਦੇ ਨੇ ਕਿ ਆਖਿਰਕਾਰ ਇੱਕ ਵਿਰਾਸਤ ਸੀ, ਵਿਰਾਸਤ ਦੀ ਇਸ ਤਰ੍ਹਾਂ ਦੁਰਦਸ਼ਾ ਹੋਈ ਹੈ। ਹਾਲਾਂਕਿ ਹੁਣ ਇਸ ਨੂੰ ਸੰਭਾਲਣ ਦਾ ਕਾਰਜ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ। ਇੱਕ ਟਰਸਟ ਬਣੀ ਹੈ, ਟਰਸਟ ਦੇ ਵੱਲੋਂ ਜਿਹੜਾ ਹੈ ਇਸ ਦੀ ਸਾਂਭ ਸੰਭਾਲ ਦਾ ਕਾਰਜ ਜਿਹੜਾ ਸ਼ੁਰੂ ਕਰ ਦਿੱਤਾ ਗਿਆ। ਉਸ ਟਰਸਟ ਦੇ ਮੈਂਬਰ ਸਾਡੇ ਨਾਲ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਜੀ ਨੇ। ਧਾਰਨੀ ਸਾਹਿਬ, ਸਭ ਤੋਂ ਪਹਿਲਾਂ ਤਾਂ ਅਸੀਂ ਟਰਸਟ ਦੇ ਮੈਂਬਰਾਂ ਦਾ ਸ਼ੁਕਰਗੁਜ਼ਾਰ ਵੀ ਆ ਤੇ ਉਹਨਾਂ ਦਾ ਇੱਕ ਵਾਰ ਨਾਮ ਜ਼ਰੂਰ ਦੱਸੋ ਜਿਹੜੇ ਇਸ ਟਰਸਟ ਦੇ ਵਿੱਚ ਮੌਜੂਦ ਨੇ, ਜਿਨ੍ਹਾਂ ਦੇ ਵੱਲੋਂ ਕਾਰਜ ਕੀਤਾ ਜਾ ਰਿਹਾ। इस ट्रस्ट तो पहला मैं ये दसना चाहना है कि श्रोमणी गुरुद्वारा प्रबंधक कमेटी के प्रबंध के अधीन और विरासती विभाग के प्रबंध के अधीन ਜਿਹੜੇ दानी सज्जणा ने इस दा जुम्मा लिया हैगा, उन्हां दे विच चाहे करनैल सिंह संधू ਜਿਹੜੇ एक बहुत बड़े कैलीफोर्निया दे विच नामावर शख्सियत है, ਗਿਆਨ ਸਿੰਘ ਸੰਧੂ, ਦਵਿੰਦਰ ਸਿੰਘ ਸ਼ੇਰਗਿੱਲ, JP ਸਿੰਘ USA ਤੋਂ, ਬਲਵੀਰ ਸਿੰਘ ਨਿੱਜਰ ਕੈਨੇਡਾ ਤੋਂ, ਮਹਿੰਦਰ ਸਿੰਘ ਮੈਸਨਪੁਰ ਕੈਨੇਡਾ ਤੋਂ, ਹਰਬੰਸ ਸਿੰਘ ਜੰਡਾਲੀ, ਜਿਨ੍ਹਾਂ ਦੇ ਮੈਂ ਦੱਸ ਦੇਣਾ ਚਾਹੁੰਦਾ ਹੈ ਕਿ ਇਹਨਾਂ ਦੀ ਡਾਕਟਰ ਹੈਗੀ ਆ ਜਿਹੜੀ ਰੂਬੀ ਸੋਹਤਾ, ਜਿਹੜੇ ਉੱਥੇ ਮੈਂਬਰ ਪਾਰਲੀਮੈਂਟ ਹੈਗੇ ਆ, ਔਰ ਮਿਸਟਰ ਮਨਜਿੰਦਰ ਸਿੰਘ, ਡਾਕਟਰ ਜਗਬੀਰ ਸਿੰਘ UK ਤੋਂ, ਔਰ ਮਹਿੰਦਰ ਸਿੰਘ ਗਿੱਲ ਆਸਟ੍ਰੇਲੀਆ ਤੋਂ, ਔਰ ਜਿਹੜਾ ਸਭ ਤੋਂ ਵੱਧ ਇਹਦਾ ਯੋਗਦਾਨ ਹੈਗਾ ਉਹ ਹੈਗੇ ਆ ਸਰਦਾਰ ਲਖਵਿੰਦਰ ਸਿੰਘ, ਜਿਹੜੇ ਇਸ ਵਿਰਾਸਤ ਦੇ ਵਿੱਚ ਇੱਥੇ ਭਾਰਤ ਦੇ ਵਿੱਚ ਰਹਿ ਕੇ ਇਹਦਾ ਸਾਰਾ ਜੁਮਾ ਜਿਹੜਾ ਹੈਗਾ ਸੰਭਾਲ ਰਹੇ ਆ ਔਰ ਨਿਰਸਵਾਰਥ ਸੰਭਾਲ ਰਹੇ ਆ। ਹੁਣ ਮੈਂ ਅਗਲੀ ਗੱਲ ਤੁਹਾਨੂੰ ਇਹ ਦੱਸਣੀ ਚਾਹੁੰਦਾ ਹੈ ਕਿ ਮੈਂ ਤੁਹਾਡਾ ਨੋਟ ਦੇ ਵਿੱਚ ਸੁਣ ਰਿਹਾ ਸੀ। ਦੇਖੋ ਇਹ ਜਿਹੜੀਆਂ ਵਿਰਾਸਤੀ ਇਮਾਰਤਾਂ ਹੈਗੀਆਂ ਨਾ, ਇਹ ਕਿਤੇ ਨਾ ਕਿਤੇ 1947 ਦੇ ਵਿੱਚ ਜਦੋਂ ਦੇਸ਼ ਆਜ਼ਾਦ ਹੋਇਆ ਤੇ ਉਸ ਆਜ਼ਾਦੀ ਦਾ ਇਹ ਨੁਕਸਾਨ ਹੋਇਆ ਕਿ ਜਿੰਨੀਆਂ ਵਿਰਾਸਤੀ ਬਿਲਡਿੰਗਾਂ ਸੀ
ਉਹਨਾਂ ਬਿਲਡਿੰਗਾਂ ਦਾ ਬਹੁਤ ਬੁਰੇ ਤਰੀਕੇ ਦੇ ਨਾਲ ਨੁਕਸਾਨ ਹੋਇਆ। ਔਰ ਜਿਵੇਂ ਤੁਸੀਂ ਦੇਖਿਆ ਪਿੰਡਾਂ ਦੇ ਵਿੱਚ ਮਸਜਿਦਾਂ ਹੋਈਆਂ ਜਾਂ ਹੋਰ ਵੀ ਇਸ ਤਰ੍ਹਾਂ ਦੀਆਂ ਹਿਸਟੋਰੀਕਲ ਬਿਲਡਿੰਗਸ ਸੀ, ਉਹਨਾਂ ਦੇ ਉੱਤੇ ਲੋਕਾਂ ਨੇ ਕਬਜ਼ੇ ਕਰ ਲਏ। ਇਸ ਬਿਲਡਿੰਗ ਬਾਰੇ ਵੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਇਸ ਦੇ ਵਿੱਚ ਇੱਕ ਲੋਕਾਂ ਨੇ ਮੱਝਾਂ ਬੰਨੀਆਂ ਵੀ ਸੀ, ਤੂੜੀ ਪਾਈ ਵੀ ਸੀ, ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਇਹ ਬਿਲਡਿੰਗ ਕੀ ਹੈਗੀ ਹੈ ਕੀ ਨਹੀਂ ਹੈਗੀ। ਅਤੇ ਕੁਛ ਟਾਈਮ ਪਹਿਲਾਂ ਇੱਥੇ ਇੱਕ ਆਫਿਸਰ ਆਏ ਜਿਹੜੇ ਐਡਮਿਨਿਸਟ੍ਰੇਟਿਵ ਵਿਭਾਗ ਦੇ ਵਿੱਚ ਸੀ, ਅਤੇ ਉਹਨਾਂ ਨੂੰ ਬੜਾ ਸ਼ੌਕ ਸੀ ਇਹਨਾਂ ਬਿਲਡਿੰਗਸ ਬਾਰੇ ਪੜ੍ਹਨ ਦਾ ਔਰ ਪੁਰਾਣੀਆਂ ਚੀਜ਼ਾਂ ਬਾਰੇ। ਤਾਂ ਉਹਨਾਂ ਨੇ ਇਹਨੂੰ ਸਾਰੇ ਕੁਛ ਨੂੰ ਜਿਹੜਾ ਹੈਗਾ ਜਦੋਂ ਖੋਜ ਤੋਂ ਬਾਅਦ ਦੇਖਿਆ ਤਾਂ ਉਹਨਾਂ ਨੇ ਇੱਕ ਟਰਸਟ ਬਣਾ ਕੇ ਜਿਹੜਾ ਹੈਗਾ ਇਸ ਬਿਲਡਿੰਗ ਨੂੰ ਜਿਹੜਾ ਇੱਥੇ ਦੇ ਮਾਲਕਾਂ ਤੋਂ ਲੈ ਲਿਆ। ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਸਾਰੀ ਜਿਹੜੀ ਜ਼ਮੀਨ ਹੈਗੀ ਹੈ ਨਾ, ਇਹ ਦੀਵਾਨ ਟੋਡਰ ਮੱਲ ਦੀ ਸੀ ਔਰ ਇਹ ਲੋਕਾਂ ਨੂੰ ਬਾਅਦ ਦੇ ਵਿੱਚ ਅਲਾਟਮੈਂਟਾਂ ਹੋ ਗਈਆਂ, ਇਹ ਬਿਲਡਿੰਗ ਵੀ ਵਿੱਚ ਅਲਾਟ ਹੋ ਗਈ ਹੋਣੀ ਆ। ਅਤੇ ਉਹਨਾਂ ਨੇ ਇਸ ਬਿਲਡਿੰਗ ਨੂੰ ਜਿਹੜਾ ਹੈਗਾ ਜਦੋਂ ਆਪਣੇ ਨਾਂ 'ਤੇ ਲਿਆ ਤਾਂ ਉਹ ਤੋਂ ਬਾਅਦ SGPC ਨੂੰ ਪਤਾ ਲੱਗਿਆ ਕਿ ਇਹ ਬਿਲਡਿੰਗ ਜਿਹੜੀ ਹੈਗੀ ਹੈ ਕੀ ਹੈਗੀ ਹੈ, ਇਹਦੀ ਮਹੱਤਤਾ ਕੀ ਹੈਗੀ ਹੈ। ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਟਾਈਮ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਨਾਲ ਰਾਬਤਾ ਕੀਤਾ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬੜੇ ਸੁਚੱਜੇ ਢੰਗ ਦੇ ਨਾਲ ਉਹਨਾਂ ਤੋਂ ਇਹ ਹਵੇਲੀ ਜਿਹੜੀ ਹੈਗੀ ਸੀ ਵਾਪਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਵਾਈ। ਔਰ ਉਸ ਤੋਂ ਬਾਅਦ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਆ ਗਈ ਤਾਂ ਇਹਨਾਂ ਨੇ ਇਹਦਾ ਜਿਹੜਾ ਹੈਗਾ ਸੀ ਕੰਮ ਸਟਾਰਟ ਕੀਤਾ। ਜਦੋਂ ਕੰਮ ਸਟਾਰਟ ਕੀਤਾ ਤਾਂ ਇੱਕ ਆਨਰੇਬਲ ਹਾਈ ਕੋਰਟ ਦੇ ਵਕੀਲ ਹੈਗੇ ਆ ਜਿਨ੍ਹਾਂ ਨੇ ਇਸ 'ਤੇ ਸਟੇ ਲੈ ਲਈ ਕਿ ਜੀ ਇਹ ਜਿਹੜਾ ਹੈਗਾ, ਕਿਉਂਕਿ ਉਹਨਾਂ ਨੂੰ ਵੀ ਲੱਗਦਾ ਸੀ ਕਿ ਕਿਤੇ ਨਾ ਕਿਤੇ ਕਾਰ ਸੇਵਾ ਵਾਲਿਆਂ ਨੇ ਜਿਸ ਹਿਸਾਬ ਨਾਲ ਆਪਣੇ ਤਰੀਕੇ ਦੇ ਨਾਲ ਬਿਲਡਿੰਗਸ ਦਾ ਜਿਹੜਾ ਹੈਗਾ ਨਿਰਮਾਣ ਕਰਦੇ ਆ ਵੀ ਕਿਤੇ ਇਹ ਜਿਹੜੀ ਇਹਦੀ ਪੁਰਾਤਨ ਦਿੱਖ ਹੈਗੀ ਆ ਜਿਹੜੀ ਉਹ ਕਿਤੇ ਗੁਆਚ ਨਾ ਜਾਵੇ। ਸੋ ਉਹਨਾਂ ਨੇ ਫਿਰ ਇਹ ਜਿਹੜਾ ਹੈਗਾ ਸੀ ਇਹਦੇ ਬਾਰੇ 'ਚ ਜਦੋਂ ਉਹਨਾਂ ਨੇ ਸਟੇ ਲੈ ਲਈ ਤਾਂ ਹੁਣ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਜਿਹੜੇ ਪੇਸ਼ੇ ਤੋਂ ਐਡਵੋਕੇਟ ਹੈਗੇ ਆ ਸਰਦਾਰ ਹਰਜਿੰਦਰ ਸਿੰਘ ਧਾਮੀ, ਉਹ ਜਾਤੀ ਤੌਰ 'ਤੇ ਵਕੀਲ ਸਾਹਿਬ ਨੂੰ ਮਿਲੇ, ਆਨਰੇਬਲ ਹਾਈ ਕੋਰਟ ਨੂੰ ਰਿਕੁਐਸਟ ਕੀਤੀ ਤਾਂ ਉਹਨਾਂ ਨੇ ਫਿਰ ਕਿਹਾ ਕਿ ਠੀਕ ਹੈ ਵਿਰਾਸਤੀ ਵਿਭਾਗ ਨੂੰ ਵਿੱਚ ਪਾ ਕੇ ਜਿੰਨੀ ਕੰਸਟਰਕਸ਼ਨ ਕਰਨੀ ਆ ਉਹਨਾਂ ਦੀ ਬਿਨਾਂ ਮਰਜ਼ੀ ਤੋਂ ਨਹੀਂ ਕੀਤੀ ਜਾ ਸਕਦੀ। ਔਰ ਇਸ ਦਾ ਜੁਮਾ ਜਿਹੜਾ ਇਹ ਟਰਸਟ ਬਣਿਆ ਵਾ ਹੈਗਾ ਜਿਨ੍ਹਾਂ ਦਾਨੀ ਸੱਜਣਾ ਦੇ ਮੈਂ ਨਾਂ ਲਏ ਆ, ਉਹਨਾਂ ਦੀ ਰਹਿਨਮਾਈ, ਉਹਨਾਂ ਦੇ ਪੈਸੇ ਦੇ ਨਾਲ ਜਿਹੜਾ ਹੈਗਾ ਵਿਰਾਸਤੀ ਵਿਭਾਗ ਦੀ ਰਹਿਨਮਾਈ ਥੱਲੇ ਔਰ SGPC ਦੀ ਦੇਖ ਰੇਖ ਥੱਲੇ ਇਹਦਾ ਜਿਹੜਾ ਹੈਗਾ ਦੁਬਾਰਾ ਪੁਨਰ ਨਿਰਮਾਣ ਜਿਹੜਾ ਹੈਗਾ ਸ਼ੁਰੂ ਕੀਤਾ ਗਿਆ ਹੈਗਾ। ਔਰ ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਬਿਲਡਿੰਗ ਬਾਰੇ, ਬਿਲਡਿੰਗ ਦੀ ਕਿਸ ਤਰ੍ਹਾਂ ਦੀ ਕੰਸਟਰਕਸ਼ਨ ਹੈਗੀ ਆ ਉਹਦੇ ਬਾਰੇ ਦੱਸਣ ਤੋਂ ਪਹਿਲਾਂ ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਇਸ ਬਿਲਡਿੰਗ 'ਤੇ ਅੱਜ ਇੱਕ ਇੱਟ ਵੀ ਲਾਈ ਜਾਂਦੀ ਹੈਗੀ ਆ ਤਾਂ ਉਹ ਇੱਟ ਬਿਨਾਂ ਪੁਰਾਤਨ ਵਿਭਾਗ ਔਰ ਆਨਰੇਬਲ ਹਾਈ ਕੋਰਟ ਤੋਂ ਬਿਨਾਂ ਪੁੱਛੇ ਤੋਂ ਨਹੀਂ ਲਾਈ ਜਾ ਸਕਦੀ। ਔਰ ਜਦੋਂ ਉਹ ਫਿਰ ਇਜਾਜ਼ਤ ਦਿੰਦੇ ਆ ਤਾਂ ਉਸ ਦੇ ਮੁਤਾਬਕ ਹੀ ਇਹਦੀ ਜਿਹੜੀ ਹੈਗੀ ਆ ਕੰਸਟਰਕਸ਼ਨ ਨੂੰ ਕੀਤਾ ਜਾਂਦਾ ਹੈਗਾ। ਹੁਣ ਮੈਂ ਤੁਹਾਨੂੰ ਬਿਲਡਿੰਗ ਬਾਰੇ ਦੱਸ ਦਿੰਦਾ ਕਿ ਅਸੀਂ ਇਹ ਦੇਖ ਰਹੇ ਆ, ਤੁਸੀਂ ਇਹ ਬਕਾਇਦਾ ਪੋਸਟਰ ਲਗਾਏ ਨੇ, ਚੁਬਾਰੇ ਤੇ ਜਾਣ ਲਈ ਪੌੜੀਆਂ ਲਗਾਇਆ ਹੋਇਆ ਹੈ, ਚੁੰਨੇ ਤੇ ਇੱਟਾਂ ਦਾ ਬਣਿਆ ਪੁਰਾਤਨ ਫਰਸ਼, ਤਹਿਖਾਨਾ, ਪੌੜੀਆਂ, ਬੇਸਮੈਂਟ ਸਟੇਅਰਸ, ਮਤਲਬ ਇਹ ਕਿਵੇਂ ਆਈਡੀਆ, ਤੁਸੀਂ ਅਨੁਮਾਨ ਕਿਵੇਂ ਲਗਾਇਆ ਕਿ ਇੱਥੇ ਬੇਸਮੈਂਟ ਹੀ ਹੋਊਗਾ, ਇਹਦੀਆਂ ਪੌੜੀਆਂ ਹੋਣਗੀਆਂ? ਦੇਖੋ ਮੈਂ ਨਾ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਤੁਹਾਡੇ ਰਾਹੀਂ ਕਿ ਇਹ ਹਵੇਲੀ ਦਾ ਨਾਂ ਜਹਾਜ਼ ਹਵੇਲੀ ਸੀ, ਦੀਵਾਨ ਟੋਡਰ ਮੱਲ ਜੈਨ ਦੀ ਜਹਾਜ਼ ਹਵੇਲੀ। ਔਰ ਉਸ ਜਹਾਜ਼ ਹਵੇਲੀ ਦੇ ਵਿੱਚ ਤੁਹਾਨੂੰ ਮੈਂ ਇਹ ਵੀ ਦਿਖਾ ਦੇਣਾ ਚਾਹੁੰਦਾ ਕਿ ਇਹ ਜਹਾਜ਼ ਦੀ ਸਮੁੰਦਰੀ ਜਹਾਜ਼ ਜਿਹੜਾ ਹੁੰਦਾ ਸਮੁੰਦਰੀ ਜਹਾਜ਼ ਦੀ ਤਰ੍ਹਾਂ ਇਹ ਧਰਤੀ ਦੀ ਸਤ੍ਹਾ ਦੇ ਥੱਲੇ ਹੈਗੀ ਆ। ਜਿੰਨਾ ਕੁ ਪਾਣੀ ਦੇ ਵਿੱਚ ਜਹਾਜ਼ ਤੁਰਦਾ ਹੈਗਾ ਨਾ ਉਨੀ ਕੁ ਥੱਲੇ ਹੈਗੀ ਆ, ਬਾਕੀ ਇਹ ਉੱਪਰ ਆ। ਇਹਦੀ ਸਾਰੀ ਦੀ ਸਾਰੀ ਦਿੱਖ ਹੈਗੀ ਆ, ਜਿਹੜਾ ਉਹ ਪਾਰਟ ਹੈਗਾ ਸਾਹਮਣੇ ਵਾਲਾ ਇਹ ਉੱਚਾ ਪਾਰਟ ਹੈ, ਆਹ ਜਿਹੜਾ ਪਿਛਲਾ ਉਹਦੇ ਨਾਲ ਥੋੜ੍ਹਾ ਨੀਵਾਂ ਹੈਗਾ ਔਰ ਮੂਹਰਲੇ ਪਾਸੇ ਜਿਹੜਾ ਪਰਲੇ ਪਾਸੇ ਜਿਹੜਾ ਕਿਚਨ ਵਾਲਾ ਪਾਰਟ ਹੈਗਾ ਉਹ ਨੀਵਾਂ ਪਾਰਟ ਹੈਗਾ। ਜਿਵੇਂ ਸਮੁੰਦਰ ਦੇ ਵਿੱਚ ਜਿਹੜਾ ਸਮੁੰਦਰੀ ਜਹਾਜ਼ ਜਾਂਦਾ ਹੈਗਾ ਉਸ ਤਰ੍ਹਾਂ ਦੀ ਹੀ ਇਹਦੀ ਜਿਹੜੀ ਹੈਗੀ ਦਿੱਖ ਬਣਾਈ ਗਈ ਹੈ। ਔਰ ਕਿਚਨ ਦੀਆਂ ਜਿਹੜੀਆਂ ਚਿਮਨੀਆਂ
ਉਹ ਵੀ ਜਿਵੇਂ ਜਹਾਜ਼ ਦੀਆਂ ਤੁਰਦੇ ਦੀਆਂ ਚਿਮਨੀਆਂ, ਜਿਵੇਂ ਉਹਦੇ ਚੋਂ ਧੂੰਆਂ ਨਿਕਲਦਾ, ਉਸ ਤਰ੍ਹਾਂ ਦਾ ਹੀ ਦਰਸਾਉਂਦੀਆਂ ਸੀ। ਔਰ ਸਾਡੇ ਜਿਹੜੇ ਇੰਜੀਨੀਅਰ ਰੱਖੇ ਹੋਏ ਹੈਗੇ ਆ, ਜਦੋਂ ਉਹ ਇਹਦੀ ਖੋਜਬੀਨ ਕਰਦੇ ਆ, ਇਹਦੇ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਆ, ਤਾਂ ਅਲਟੀਮੇਟਲੀ ਜਿਹੜਾ ਹੈਗਾ ਹੌਲੀ ਹੌਲੀ ਜਿਹੜੀਆਂ ਹੈਗੀਆਂ ਇਹਦੇ ਥੱਲੇ ਤੋਂ ਇਤਿਹਾਸ ਜਿਹੜਾ ਹੈਗਾ ਉਹ ਨਿਕਲਦਾ ਜਾ ਰਿਹਾ ਹੈਗਾ। ਔਰ ਜਦੋਂ ਆਪਾਂ ਇਸ ਹਵੇਲੀ ਦੀ ਗੱਲ ਕਰੀਏ ਨਾ, ਹਵੇਲੀ ਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਨੂੰ ਦੇਖੋ ਇਹ ਹਵੇਲੀ ਦੀ ਮਹੱਤਤਾ ਕਿਉਂ ਬਣੀ, ਇਹ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਕੁਛ ਦਿਨ ਪਹਿਲਾਂ ਇੱਥੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਜੀ, ਔਰ ਦਸੰਬਰ ਦੀ 11, 12, 13 ਪੋਹ ਨੂੰ ਉਹਨਾਂ ਦੀ ਜਿਸ ਤਰ੍ਹਾਂ ਕੰਧਾਂ ਦੇ ਵਿੱਚ ਚਿਣ ਕੇ ਸ਼ਹੀਦੀ ਹੋਈ, ਉਸ ਸ਼ਹੀਦੀ ਤੋਂ ਬਾਅਦ ਹਿਸਟਰੀ ਇਹ ਕਹਿੰਦੀ ਹੈ ਕਿ ਉਹਨਾਂ ਨੂੰ ਜਿਹੜਾ ਹੈਗਾ ਉਹਨਾਂ ਦੀਆਂ ਜਿਹੜੀਆਂ ਦੇਹਾਂ ਸੀ, ਉਹਨਾਂ ਦੇ ਪਾਵਨ ਸਰੀਰ ਸੀ, ਉਹਨਾਂ ਨੂੰ ਕਿਲੇ ਦੀ ਕੰਧ ਤੋਂ ਬਾਹਰ ਸੁੱਟ ਦਿੱਤਾ ਗਿਆ। ਔਰ ਇਹ ਵੀ ਕਿਹਾ ਜਾਂਦਾ ਹੈ ਕਿ ਉੱਥੇ ਸ਼ੇਰ ਉਹਨਾਂ ਦੀ ਬੋਡੀਜ਼ ਦੀ ਰੱਖਿਆ ਕਰਦਾ ਰਿਹਾ। ਔਰ ਉਸ ਤੋਂ ਬਾਅਦ ਜਦੋਂ ਉਹ ਸਾਰਾ ਕੁਛ ਵਰਤਾਰਾ ਦੇਖਿਆ ਤਾਂ ਉਸ ਤੋਂ ਬਾਅਦ ਕੁਛ ਲੋਕ ਇਕੱਠੇ ਹੋਏ, ਕੁਛ ਲੋਕਾਂ ਨੇ ਇਹਨਾਂ ਦੇ ਨਾਲ ਗੱਲ ਕੀਤੀ, ਦੀਵਾਨ ਟੋਡਰਮਲ ਦੇ ਨਾਲ। ਤਾਂ ਜਦੋਂ ਉਹਨਾਂ ਨਾਲ ਗੱਲ ਕੀਤੀ ਗਈ, ਜਿਹੜਾ ਵਜੀਦ ਖਾਂ ਸੀ ਜਾਂ ਉਹਦੇ ਅਹਿਲਕਾਰ ਸੀ, ਤਾਂ ਉਹਨਾਂ ਨੂੰ ਕਿਹਾ ਕਿ ਅਸੀਂ ਇਹਨਾਂ ਪਾਵਨ ਦੇਹਾਂ ਦਾ ਜਿਹੜਾ ਹੈਗਾ ਸਤਿਕਾਰ ਕਰਨਾ ਚਾਹੁੰਦੇ। ਪਰ ਉਸ ਟਾਈਮ ਤੁਹਾਨੂੰ ਪਤਾ ਵੀ ਜ਼ੁਲਮ ਦੀ ਇੰਤਹਾ ਹੋਈ ਵੀ ਸੀ, ਤਾਂ ਉਹਨਾਂ ਨੇ ਇਹ ਗੱਲ ਸ਼ਰਤ ਰੱਖੀ ਕਿ ਅਸੀਂ ਤਾਂ ਉਹਦੇ ਲਈ ਜਿਹੜਾ ਹੈਗਾ ਤੁਹਾਨੂੰ ਉਹ ਦੇਵਾਂਗੇ, ਮਤਲਬ ਜਗ੍ਹਾ ਦੇਵਾਂਗੇ ਕਿ ਤੁਸੀਂ ਉਸ ਜਗ੍ਹਾ ਦੇ ਉੱਤੇ ਜਿੰਨੀਆਂ ਸ਼ਰਫੀਆਂ ਸੋਨੇ ਦੀਆਂ ਰੱਖ ਦਿਓਗੇ, ਉਨੀ ਜਗ੍ਹਾ ਤੁਹਾਨੂੰ ਜਿਹੜੀ ਹੈਗੀ ਦੇ ਦਿੱਤੀ ਜਾਊਗੀ। ਤਾਂ ਉਸ ਟਾਈਮ ਜਿਹੜੇ ਇਕੱਠੇ ਹੋਏ ਵੇ ਲੋਕ ਸੀ, ਉਹਨਾਂ ਦੇ ਵਿੱਚ ਇਹ ਜਿਹੜਾ ਜਿਹਦਾ ਜਹਾਜ਼ਾਂ ਦਾ ਕਾਰੋਬਾਰ ਸੀ, ਸਮੁੰਦਰ ਰਾਹੀਂ ਜਿਹੜਾ ਹੈਗਾ ਤਜਾਰਤ ਕਰਦੇ ਸੀ, ਦੀਵਾਨ ਟੋਡਰਮਲ, ਇਹਨਾਂ ਨੇ ਕਿਹਾ ਵੀ ਠੀਕ ਹੈ ਮੈਂ ਦਊਂਗਾ। ਤਾਂ ਅਸੀਂ ਉਹਨਾਂ ਦੀ ਹਵੇਲੀ ਤੋਂ ਵੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਹਾਂ ਸ਼ਾਇਦ ਉਹਨਾਂ ਕੋਲ ਉਸ ਸਮੇਂ ਸੀਗਾ ਉਹਨਾਂ ਪੈਸਾ, ਜਿਵੇਂ ਕਿ ਹਵੇਲੀ ਦੇ ਵਿੱਚ ਸਵੀਮਿੰਗ ਪੂਲ ਤੱਕ ਰੱਖਿਆ ਹੋਇਆ, ਉਸ ਸਮੇਂ ਰਾਜੇ ਮਹਾਰਾਜਾ ਦੇ ਹੁੰਦਾ ਸੀਗਾ। ਬਿਲਕੁਲ, ਉਹਨਾਂ ਨੇ ਫਿਰ ਇਸ ਹਵੇਲੀ ਨੂੰ ਕਹਿੰਦੇ ਵੇਚਿਆ, ਪੈਸਾ ਇਕੱਠਾ ਕੀਤਾ, ਹੋਰ ਪੈਸਾ ਆਪਣਾ ਸਾਰਾ ਕੁਛ ਵੇਚਤਾ ਉਹਨਾਂ ਨੇ। ਵੇਚ ਕੇ ਉਹ ਜਿਹੜੀਆਂ ਹੈਗੀਆਂ ਮੋਹਰਾਂ ਖੜੀਆਂ ਕਰਕੇ ਸਾਹਿਬਜ਼ਾਦਿਆਂ ਲਈ ਜਿਹੜਾ ਗੁਰੂਦੁਆਰਾ ਜੋਤੀ ਸਰੂਪ ਹੈਗਾ, ਉਸ ਥਾਂ ਦੇ ਉੱਤੇ ਜਿਹੜਾ ਹੈਗਾ ਜਗ੍ਹਾ ਦਾ ਅਰੇਂਜਮੈਂਟ ਕੀਤਾ। ਇਸੇ ਕਰਕੇ ਕਿਹਾ ਜਾਂਦਾ ਕਿ ਇਹ ਧਰਤੀ ਜਿਹੜੀ ਹੈਗੀ ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਹੈ, ਜਿਸ ਦੇ ਉੱਤੇ ਇੱਕ ਥੋੜ੍ਹੀ ਜਿਹੀ ਥਾਂ ਲਈ ਜਿਹੜਾ ਹੈਗਾ ਮੋਹਰਾਂ ਖੜੀਆਂ ਕਰਕੇ ਸੋਨੇ ਦੀਆਂ ਤਾਂ ਉਹ ਜਗ੍ਹਾ ਮਿਲੀ। ਹੁਣ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹਦੀ ਜਿਹੜੀ ਬਿਲਡਿੰਗ ਦੀ ਪੁਰਾਤਨ ਬਿਲਡਿੰਗ ਹੈਗੀ ਆ, ਤੁਸੀਂ ਦੇਖਿਆ ਹੋਣਾ ਕਿ ਇਹ ਜਿਹੜੀ ਹੈਗੀ ਆ ਇਹਦਾ ਪਰਲਾ ਇਹ ਮੂਹਰਲਾ ਪਾਸਾ ਹੈਗਾ, ਇਸ ਥਾਂ ਦੇ ਉੱਤੇ ਇਸ ਥਾਂ ਦੇ ਉੱਤੇ ਇਹਦਾ ਮੇਨ ਗੇਟ ਸੀ, ਵੱਡਾ ਗੇਟ। ਉਸ ਦੇ ਵਿੱਚ ਉਹ ਤਹਿਖਾਨੇ ਦੇ ਵਿੱਚ ਰਸਤਾ ਜਾਂਦਾ ਸੀ, ਔਰ ਪੌੜੀਆਂ ਚੜ੍ਹ ਕੇ ਜਿਹੜਾ ਹੈਗਾ ਉੱਪਰਲੀਆਂ ਮੰਜ਼ਿਲਾਂ ਦੇ ਵਿੱਚ ਰਸਤਾ ਜਾਂਦਾ ਸੀ। ਔਰ ਤੁਸੀਂ ਬਿਲਡਿੰਗ ਦੀ ਆ ਦੇਖੋਗੇ ਕਿ ਕਿਸ ਤਰੀਕੇ ਦੇ ਨਾਲ ਇਹ ਬਿਲਡਿੰਗ ਜਿਹੜੀ ਹੈਗੀ ਆ, ਇਹਦੀ ਕੰਧ ਦੇ ਉੱਤੇ ਜਿਹੜੀ ਹੈਗੀ ਹੈ ਇਹ ਸਾਰੀ ਗਈ ਹੈਗੀ ਆ। ਥੱਲੇ ਇਹਦਾ ਜਿਹੜਾ ਹੈਗਾ ਕੰਧ ਜ਼ਿਆਦਾ ਚੌੜੀ ਹੈ, ਉਸ ਤੋਂ ਬਾਅਦ ਘੱਟ ਚੌੜੀ ਹੈ। ਹੁਣ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਹ ਜਿਹੜੇ ਕਮਰੇ ਹੋਣਗੇ ਉਹਨਾਂ ਦੇ, ਉਹ ਕਮਰਿਆਂ ਦੇ ਵਿੱਚ ਆ ਤੁਸੀਂ ਦੇਖੋਗੇ ਕਿ ਆ ਬੇਸਮੈਂਟ ਹੈ, ਜਿਹੜੀ ਹੁਣ ਸਾਨੂੰ ਆਨਰੇਬਲ ਹਾਈ ਕੋਰਟ ਨੇ ਇੱਕ ਇਜਾਜ਼ਤ ਦੇਤੀ ਹੈ ਕਿ ਅਸੀਂ ਇਸ ਜਗ੍ਹਾ ਨੂੰ ਜਿਹੜਾ ਹੈਗਾ ਮੈਨੂਅਲੀ ਖੋਦ ਸਕਦੇ ਆ, ਕੋਈ ਮਸ਼ੀਨ ਨਹੀਂ ਵਰਤੀ ਜਾਊਗੀ, ਤਾਂ ਕਿ ਇਹਦੇ ਥੱਲੇ ਕੀ ਹੈਗਾ ਉਹ ਜਿਹੜਾ ਹੈਗਾ ਮਿੱਟੀ ਕੱਢ ਕੇ ਇਸ ਨੂੰ ਦੇਖਿਆ ਜਾ ਸਕੇ। ਔਰ ਪਿਛਲੇ ਟਾਈਮ ਦੇ ਵਿੱਚ ਆ ਤੁਸੀਂ ਦੇਖਿਆ ਹੋਣਾ ਕਿ ਆ ਬ੍ਰੈਕਟਸ ਪਾਈਆਂ ਵੀਆਂ ਹੈਗੀਆਂ, ਇਹਨੂੰ ਸਾਰੇ ਨੂੰ ਰੋਕਣ ਵਾਸਤੇ ਸਪੈਸ਼ਲ। ਦੇਖੋ ਉੱਪਰ ਕਿੰਨੀ ਕਮਾਲ ਦੀ ਬਿਲਡਿੰਗ ਹੈਗੀ ਹੈ ਜਿਹੜੀ ਫਟ ਰਹੀ ਸੀ, ਔਰ ਇਹਨੂੰ ਬ੍ਰੈਕਟਾਂ ਪਾ ਕੇ ਜਿਹੜਾ ਹੈਗਾ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ। ਔਰ ਇਸ ਬਿਲਡਿੰਗ ਦਾ ਆਹ 2 ਕਮਰੇ ਹੈਗੇ ਆ ਜਿਹੜੇ ਬਚੇ ਹੋਏ ਹੈਗੇ ਆ, ਜਿਨ੍ਹਾਂ ਨੂੰ ਤਰੀਕੇ ਦੇ ਨਾਲ ਬਚਾਇਆ ਗਿਆ, ਜਿਨ੍ਹਾਂ ਦੇ ਵਿੱਚ ਅੱਜ ਲੋਕ ਜਿਹੜੇ ਹੁਣ ਆਉਂਦੇ ਆ ਔਰ ਬੈਠ ਕੇ ਇੱਥੇ ਅਸੀਂ ਇਸ ਕਰਕੇ ਹੀ ਇਹ ਫਰਸ਼ ਵਿਛਾਏ ਕਿ ਲੋਕ ਬੈਠ ਕੇ ਉਹ ਸਮੇਂ ਨੂੰ ਧਿਆਨ ਦੇ ਵਿੱਚ ਰੱਖ ਸਕਣ ਕਿ ਇਹ ਜਗ੍ਹਾ ਜਿਹੜੀ ਹੈਗੀ ਹੈ ਇਸ ਦੀ ਵੈਲਿਊ ਕੀ ਹੈਗੀ ਆ। ਪਰ ਅਸੀਂ ਲੋਕਾਂ ਨੇ ਵੈਲਿਊ ਨਹੀਂ ਪਾਈ, ਅਸੀਂ ਲੋਕਾਂ ਨੇ ਤਾਂ ਵੈਲਿਊ ਇੰਨੀ ਕੁ ਪਾਈ ਕਿ ਅਸੀਂ ਇਹ ਸੋਚਿਆ ਕਿ ਦੀਵਾਨ ਬੰਦੇ ਨੇ ਆਪਣਾ ਸਾਰਾ ਕੁਛ ਜਿਹੜਾ ਹੈਗਾ ਕੌਮ ਲਈ ਵਾਰਤਾ, ਸਾਹਿਬਜ਼ਾਦਿਆਂ ਦੀ ਜਿਹੜਾ ਹੈਗਾ ਉਹਨਾਂ ਦੇ ਸੰਸਕਾਰ ਲਈ
ਸਾਰਾ ਕੁਝ ਵਾਰਤਾ। ਪਰ ਅਸੀਂ ਕੀ ਕਰਿਆ, ਅਸੀਂ ਉਹਨਾਂ ਦੀ ਬਿਲਡਿੰਗ ਦੇ ਵਿੱਚ ਤੂੜੀ ਪਾਈ ਵੀ ਸੀ ਜਾਂ ਮੱਝਾਂ ਬੰਨੀਆਂ ਵੀ ਸੀ। ਸਾਨੂੰ ਇਹ ਸੀ ਕਿ ਸਾਡੀ ਤੂੜੀ ਨਾ ਭਿੱਜ ਜਵੇ, ਚਾਹੇ ਜਿਹੜਾ ਹੈਗਾ ਇਹ ਉਸ ਦੀ ਬਿਲਡਿੰਗ ਦਾ ਜੋ ਮਰਜ਼ੀ ਹੋ ਜਵੇ। ਤੁਸੀਂ ਇਹ ਬਿਲਡਿੰਗ ਦੀ ਤੁਸੀਂ ਕਮਾਲ ਦੇਖੋ ਕਿ ਇਹ ਜਿਹੜਾ ਏਰੀਆ ਹੈਗਾ ਇਹ ਕਿਚਨ ਦਾ ਏਰੀਆ ਸੀ, ਔਰ ਨੌਕਰਾਂ ਦਾ ਕਮਰਾ ਅਲੱਗ ਬਣਿਆ ਵਾ ਸੀ। ਨੌਕਰਾਂ ਦੇ ਕਮਰੇ ਤੋਂ ਇਲਾਵਾ ਤੁਹਾਨੂੰ ਜੇ ਤੁਸੀਂ ਅੰਦਰ ਆਓਗੇ ਤੁਹਾਨੂੰ ਮੈਂ ਦਿਖਾਉਣਾ। ਇਹ ਧਰਨੀ ਸਾਹਿਬ ਤੁਸੀਂ ਨੌਕਰਾਂ ਦੇ ਕਮਰੇ ਦੀ ਗੱਲ ਕਰ ਰਹੇ ਹੋ, ਇਹ ਮਤਲਬ ਅਨੁਮਾਨ ਨਹੀਂ ਲਗਾਇਆ ਜਾ ਰਿਹਾ ਕਿ ਇੱਥੇ ਜਿਹੜਾ ਹੈਗਾ ਲਾਂਗਰੀਆਂ ਦੇ ਇੱਕ ਸਾਈਡ ਤੇ ਹੀ ਬਣਾਉਂਦੇ ਸੀ, ਔਰ ਉਸ ਨੂੰ ਬਣਾਉਣ ਤੋਂ ਬਾਅਦ ਜਿਹੜੀ ਹੈਗੀ ਹੈ ਇਹ ਉਹਨਾਂ ਦਾ ਕਮਰੇ ਤੋਂ ਬਾਅਦ ਨਾ ਅੱਗੇ ਜਿਹੜਾ ਅਸੀਂ ਅਨੁਮਾਨ ਲਾਇਆ, ਉਹ ਅਨੁਮਾਨ ਇਹ ਲਾਇਆ ਕਿ ਇਹ ਜਿਹੜਾ ਹੈਗਾ ਇਹ ਕਿਚਨ ਦਾ ਏਰੀਆ, ਇਹਦੇ ਚੋਂ ਬਾਹਰ ਨਿਕਲਣ ਦਾ ਇੱਕ ਅਲੱਗ ਰਸਤਾ ਵੀ ਹੈ ਜੀ, ਜਿਹੜਾ ਕਿ ਕਿਚਨ ਦੇ ਵਿੱਚ ਜੇ ਨਹੀਂ ਵੜਨਾ ਤਾਂ ਤੁਹਾਨੂੰ ਬਾਹਰ ਦੀ ਬਾਹਰ ਨਿਕਲਣ ਵਾਸਤੇ ਆਹ ਕਿਚਨ ਹੈ ਜਿਹੜੀ, ਇਸ ਕਿਚਨ ਦਾ ਅਸੀਂ ਜਦੋਂ ਇਹਦੀ ਖੁਦਾਈ ਕੀਤੀ ਨਾ ਇਹਦੇ ਵਿੱਚੋਂ ਰਾਖ ਵੀ ਨਿਕਲੀ। ਅੱਛਾ, ਉਸ ਤੋਂ ਅੰਦਾਜ਼ਾ ਔਰ ਚੁੱਲ੍ਹੇ ਦੀ ਸ਼ਕਲ ਜਿਹੜੀ ਹੈਗੀ ਉਹਦੇ ਵਿੱਚ ਬਣੀ ਵੀ ਸੀ, ਆਹ ਦੇਖੋ ਜੀ, ਜਿਹਦੇ ਵਿੱਚ ਔਰ ਕਿੰਨੇ ਕੁ ਲੋਕਾਂ ਦਾ ਉਰੇ ਖਾਣਾ ਬਣਦਾ ਹੋਊਗਾ। ਔਰ ਤੁਸੀਂ ਇਹ ਦੇਖੋ ਕਿ ਇਹ ਕਿਚਨ ਦੇ ਵਿੱਚ ਸਮਾਨ ਰੱਖਣ ਲਈ ਆਲੇ, ਸਟੋਰ, ਆਹ ਧੂਆਂ ਨਿਕਲਣ ਲਈ ਧੁੰਦਲਾ। ਔਰ ਇਹ ਇੱਕ ਹੋਰ ਚੀਜ਼ ਦਰਸਾਉਂਦਾ ਕਿ ਜਿਵੇਂ ਸਮੁੰਦਰੀ ਜਹਾਜ਼ ਜਦੋਂ ਜਾਂਦਾ ਤਾਂ ਉਹਦੇ ਵਿੱਚੋਂ ਜਿਸ ਤਰ੍ਹਾਂ ਧੂਆਂ ਨਿਕਲਦਾ ਹੈਗਾ, ਉਹ ਮਤਲਬ ਇਹ ਚੀਜ਼ ਉਸ ਤਰ੍ਹਾਂ ਦਾ ਵਿਆਖਿਆਨ ਕਰਦੀ ਸੀ। ਔਰ ਇਹ ਰਸੋਈ ਵੀ ਇਹਨਾਂ ਦੀ ਡਬਲ ਸੀ। ਇੱਥੇ ਤੋਂ ਆਹ ਜਿਹੜਾ ਹੈਗਾ ਸਮਾਨ ਰੱਖਣ ਵਾਸਤੇ ਅਲਮਾਰੀਆਂ, ਤੇ ਆਹ ਬਾਹਰਲੀ ਕਿਚਨ ਸੀ। ਇਹਦੀ ਵੀ ਖੁਦਾਈ ਕਰਨ ਤੋਂ ਪਤਾ ਲੱਗਿਆ ਕਿ ਇਹਦੇ ਵਿੱਚ ਵੀ ਦੇਖੋ ਤੁਸੀਂ ਜਿਹੜਾ ਹੈਗਾ ਧੂਆਂ ਨਿਕਲਣ ਲਈ ਜਿਹੜਾ ਹੈਗਾ, ਔਰ ਇਹ ਜਿਸ ਤਰ੍ਹਾਂ ਜਹਾਜ਼ ਦੇ ਦੋ ਹੁੰਦੇ ਆ ਨਾ ਧੁੰਦਲੇ, ਉਸ ਤਰ੍ਹਾਂ ਹੀ ਇਹ ਜਿਹੜੇ ਬਣੇ ਹੋਏ ਹੈਗੇ। ਔਰ ਉਹ ਸਾਹਮਣੇ ਜਗ੍ਹਾ ਜਿਹੜੀ ਇਹ ਉਸੇ ਦਾ ਪਾਰਟ ਸੀ, ਇਹ ਜ਼ਮੀਨ ਜਿਹੜੀ ਸੀ ਉੱਥੇ ਇੱਕ ਖੂਹ ਹੈ, ਜਿੱਥੋਂ ਖੂਹ ਚੋਂ ਪਾਣੀ ਇੱਥੇ ਆਉਂਦਾ ਸੀ, ਜਿੱਥੇ ਉਹ ਆਪਣੇ ਭਾਂਡੇ ਵਗੈਰਾ ਧੋਂਦੇ ਹੋਣਗੇ। ਔਰ ਇਹੀ ਪਾਣੀ ਜਿਹੜਾ ਹੈਗਾ ਸਾਰੀ ਬਿਲਡਿੰਗ ਦੇ ਵਿੱਚ ਘੁੰਮਦਾ ਹੈਗਾ। ਔਰ ਇਹ ਪਾਈਪਸ ਲੱਗ ਵੀ ਰਿਹਾ ਨੇ, ਪਾਈਪ ਲੱਗ ਰਿਹਾ, ਆਹ ਦੇਖੋ ਆਹ ਦੋਵੇਂ ਪਾਸੇ ਪਾਈਪਾਂ ਜਿਹੜੀਆਂ ਪਾਣੀ ਦੇ ਆਊਟ ਕਰਨ ਵਾਸਤੇ ਲੱਗੀਆਂ ਹੋਈਆਂ ਹੈਗੀਆਂ। ਔਰ ਉਹ ਦੇਖੋ ਖਾਲ ਮੰਗਣਾ ਬਣਿਆ ਵਾ ਹੈਗਾ। ਤੇ ਇਧਰਲੇ ਪਾਸੇ ਇਸ ਕਿਚਨ ਦਾ ਇੱਕ ਸਟੋਰ ਵੀ ਬਣਿਆ ਵਾ, ਇਹ ਵਾਲਾ, ਜਿਹਦੇ ਵਿੱਚ ਉਹ ਜਿਹੜਾ ਹੈਗਾ ਸਮਾਨ ਰੱਖਿਆ ਜਾਂਦਾ ਹੋਊਗਾ। ਔਰ ਇਹ ਲਾਈਟ ਲਈ ਵੀ ਤੁਸੀਂ ਦੇਖੋ ਮਤਲਬ ਉਵੇਂ ਹੀ ਮਤਲਬ ਉਹ ਜਿਹੜਾ ਹੈਗਾ ਉੱਪਰ ਰੱਖਿਆ ਗਿਆ ਤਾਂ ਕਿ ਮਤਲਬ ਲਾਈਟ ਵੀ ਪੈਂਦੀ ਰਹੇ ਔਰ ਹੁਬਸ ਵੀ ਨਾ ਹੋਵੇ। ਤੁਸੀਂ ਬਿਲਡਿੰਗ ਦੀ ਜਿਹੜੀ ਹੈਗੀ ਆ ਨਾ ਥਿਕਨੈਸ, ਮਤਲਬ ਮੈਂ ਤੁਹਾਨੂੰ ਹੈਰਾਨੀ ਦੀ ਗੱਲ ਇਹ ਦੱਸਦਾ ਕਿ ਇਸ ਬਿਲਡਿੰਗ ਦੇ ਵਿੱਚ 1 ਕਿਲੋ ਲੋਹਾ ਨਹੀਂ ਲੱਗਿਆ ਵਾ, ਕੋਈ ਸੀਮੈਂਟ ਨਹੀਂ ਲੱਗਿਆ ਵਾ, ਕੋਈ ਬਜਰੀ ਨਹੀਂ ਪਈ ਵੀ ਹੈਗੀ। ਇਹ ਸਾਰਾ ਜਿਹੜਾ ਇਹਨਾਂ ਦਾ ਆਰਕੀਟੈਕਟਰ ਹੈ, ਕਿੰਨਾ ਕੁ ਰਿਚ ਆਰਕੀਟੈਕਟਰ ਹੋਊਗਾ ਉਸ ਟਾਈਮ, ਕਿ ਸਾਰੀ ਬਿਲਡਿੰਗ ਜਿਹੜੀ ਹੈਗੀ ਚੂਨੇ ਦੇ ਵਿੱਚ ਔਰ ਆਰਕਾਂ ਦੇ ਸਾਰੇ ਦੇ ਉੱਤੇ ਖੜੀ ਹੈਗੀ ਆ। ਔਰ ਸਾਰੀ ਦੀ ਸਾਰੀ ਬਿਲਡਿੰਗ, ਉਹ ਜਿਹੜਾ ਲਾਸਟ ਉੱਪਰਲਾ ਟੌਪ ਮੰਜ਼ਲ ਹੈਗੀ ਆ ਉਸ ਦੇ ਵਿੱਚ ਇੱਕ ਮੀਨਾਕਾਰੀ ਹੋਈ ਵੀ ਹੈ, ਚੌਪੜ ਬਣੀ ਵੀ ਹੈ, ਜਿਹਦੇ ਵਿੱਚ ਬੈਠ ਕੇ ਉਹ ਆਪ ਖੇਡਦੇ ਹੋਣਗੇ ਜਾਂ ਕੌਣ ਖੇਡਦਾ ਹੋਊਗਾ। ਔਰ ਸਾਡੀ ਮਤਲਬ ਤਰਾਸਦੀ ਇਹ ਹੈਗੀ ਆ ਕਿ ਜਿਸ ਵੀ ਇਨਸਾਨ ਕੋਲ ਇਹ ਬਿਲਡਿੰਗ ਹੋਊਗੀ ਉਸ ਬੰਦੇ ਨੇ ਉੱਪਰ ਘਾਣ ਮਾਰ ਕੇ ਉਹਨੂੰ ਤੋੜਨ ਦੀ ਕੋਸ਼ਿਸ਼ ਕਰੀ ਵੀ ਹੈ। ਅੱਛਾ, ਮਤਲਬ ਬੰਦੇ ਦੇ ਦਿਮਾਗ ਦੇ ਵਿੱਚ ਇਹ ਹੋਊਗਾ ਵੀ ਚੱਲ ਇਹ ਤਾਂ ਪੁਰਾਣੀ ਬਿਲਡਿੰਗ ਹੈਗੀ ਆ, ਇਹਨੂੰ ਤੋੜ ਕੇ ਜਿਹੜਾ ਹੈਗਾ ਇਹਨੂੰ ਉਹ ਕਰ ਲਿਆ ਜਾਵੇ। ਹੁਣ ਤੁਸੀਂ ਇਹ ਦੇਖੋ ਕਿ ਆਹ ਜਿਹੜਾ ਹੈਗਾ ਅਸੀਂ ਇਹਦਾ ਸਾਫ਼ ਸਫਾਈ ਕਰ ਰਹੇ ਹਾਂ ਸਿਰਫ ਹਾਲੇ, ਔਰ ਸਾਫ਼ ਸਫਾਈ ਦੇ ਵਿੱਚ ਇਹ ਸਾਰੀ ਬਿਲਡਿੰਗ ਜਿਹੜੀ ਹੈਗੀ ਉਸ ਤਰ੍ਹਾਂ ਕਾਲੀ ਹੋਈ ਵੀ ਸੀ। ਇਹਨੂੰ ਕੈਮੀਕਲਸ ਦੇ ਨਾਲ ਇਹਨੂੰ ਸਾਫ਼ ਕਰਿਆ ਜਾ ਰਿਹਾ ਤਾਂ ਕਿ ਇਹਦਾ ਲੌਂਗ ਰਨ ਵੀ ਜਿਹੜੀ ਹੈਗੀ ਆ ਇਹ ਕਿਸੇ ਤਰ੍ਹਾਂ ਕਾਲੀ ਨਾ ਹੋਵੇ। ਆਹ ਦੇਖੋ ਇਹਦੀ ਬੇਸਮੈਂਟ ਦੇ ਜਿਹੜੇ ਹੈਗੇ ਇਹ ਹਾਲੇ ਪੱਟ ਕੇ ਨਾ ਇਹਨਾਂ ਚੋਂ ਨਿਕਲਣਾ ਹੈ। ਅੱਛਾ, ਹਾਲੇ ਨੀਚੇ ਮਤਲਬ ਖੁਦਾਈ ਕੀਤੀ ਜਾਏਗੀ, ਨਹੀਂ ਗਏ ਹਾਲੇ, ਜਾਣਗੇ ਹਲੇ। ਸਾਨੂੰ ਹਾਈ ਕੋਰਟ ਨੇ ਹੁਣ ਇਜਾਜ਼ਤ ਦੇਤੀ ਕਿ ਤੁਸੀਂ ਦੇਖੋ ਕਿ ਇਹਦੇ ਵਿੱਚ ਕੀ ਹੈਗਾ। ਤੁਸੀਂ ਉਹ ਦੇਖੋ, ਉੱਥੇ ਤੋਂ ਪਤਾ ਲੱਗਦਾ ਹੈਗਾ ਕਿ ਇਹ ਬਿਲਡਿੰਗ ਥੱਲੇ ਡਾਊਨ ਹੈਗੀ ਹੈ ਧਰਤੀ ਦੇ ਵਿੱਚ, ਠੀਕ ਹੈ। ਔਰ ਤੁਸੀਂ ਇਹ ਦੇਖੋ ਕਿ ਕਮਾਲ ਦੀ ਗੱਲ ਇਹ ਹੈਗੀ ਆ, ਅਸੀਂ ਜਦੋਂ ਇਹਦੀ ਖੁਦਾਈ ਚੈੱਕ ਕੀਤੀ ਤਾਂ ਉਹ ਸਾਹਮਣੇ ਜਿਹੜੀ ਬਿਲਡਿੰਗ ਦੇ ਵਿੱਚ ਉਹ ਅਲਮਾਰੀ ਲਿਖੀ ਵੀ ਹੈ, ਇਹ ਅਲਮਾਰੀ ਬਣੀ ਵੀ ਆ
ਇੱਥੇ ਵੀ ਆਦੀ ਟੁੱਟੀ ਵੀ ਅਲਮਾਰੀ ਪਈ ਹੈਗੀ ਆ, ਜਿਹਨੂੰ ਉਹ ਤੁਸੀਂ ਦੇਖੋਗੇ ਕਿ ਉੱਥੇ ਉਹ ਲੱਕੜ ਦੇ ਦਰਵਾਜ਼ੇ ਵੀ ਲੱਗੇ ਹੋਏ ਹੋਣਗੇ, ਕਿਉਂਕਿ ਉਹ ਸਾਈਡ ਤੇ ਹੁੱਕਾਂ ਜੀਆਂ ਦੱਸਦੀਆਂ ਕਿ ਇੱਥੇ ਜ਼ਰੂਰ ਕੋਈ ਨਾ ਕੋਈ ਚੀਜ਼ ਲੱਕੜ ਦੀ ਫਿੱਟ ਹੋਊਗੀ। ਤੋ ਇਹ ਅੱਜ ਜਿਹੜੀ ਹੈਗੀ ਆ, ਮੈਂ ਦੇਖੋ ਬੜਾ ਇਸ ਗੱਲ ਦਾ ਮਸ਼ਕੂਰ ਹੈ ਕਿ ਦੇਰ ਆਏ ਦਰੁਸਤ ਆਏ। ਕਦੇ ਨਾ ਕਦੇ ਤਾਂ ਸਾਡੇ ਲੋਕਾਂ ਨੂੰ ਇਸ ਚੀਜ਼ ਦੀ ਹੋਸ਼ ਆਈ। ਔਰ ਮੈਂ ਇਹ ਵੀ ਦੱਸ ਦੇਣਾ ਚਾਹੁੰਦਾ ਕਿ ਇਹ ਹਵੇਲੀ, ਇਹਦੀ ਮਹੱਤਤਾ ਇਹ ਹੈਗੀ ਹੈ ਕਿ ਦੀਵਾਨ ਟੋਡਰਮਲ ਨੇ ਇੱਕ ਐਸਾ ਕਰਜ਼ਾ ਸਿੱਖ ਕੌਮ ਦੇ ਨਾਂ ਦੇ ਉੱਤੇ ਚੜਾਤਾ, ਸਿੱਖ ਕੌਮ ਤੇ ਚੜਾਤਾ, ਜਿਹੜਾ ਕਦੇ ਉਤਰ ਨਹੀਂ ਸਕਦਾ। ਅਸੀਂ ਉਹਦੀ ਯਾਦ ਨੂੰ ਰੱਖ ਕੇ ਬਚਾ ਕੇ ਅਸੀਂ ਉਹ ਬਚਾ ਤਾਂ ਸਕਦੇ ਹਾਂ, ਪਰ ਕਰਜ਼ਾ ਫਿਰ ਵੀ ਨਹੀਂ ਰਹੂਗਾ ਚਾਹੇ ਅਸੀਂ ਇਹਨੂੰ ਸੋਨੇ ਦੀ ਬਣਾ ਦਈਏ, ਕਿਉਂਕਿ ਉਸ ਟਾਈਮ ਦੇ ਉੱਤੇ ਜੋ ਉਹਨੇ ਕੀਤਾ ਹੈਗਾ ਉਹ ਕੋਈ ਨਹੀਂ ਸੀ ਕਰ ਸਕਦਾ। ਔਰ ਅਸੀਂ ਦੇਖੋ ਅੱਜ ਹਾਲਾਤ ਇਹ ਹੈਗੇ ਆ ਕਿ ਜਦੋਂ ਮਤਲਬ ਇਹ ਸਾਰਾ ਕੁਝ ਹੋ ਰਿਹਾ, ਇਹ ਸਾਡੇ ਭਾਈ ਸਾਹਿਬ ਨਾਲ ਹੈ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦੀ ਡਿਊਟੀ ਲਾਈ ਵੀ ਆ ਕਿ ਉਰੇ ਕੋਈ ਬੰਦਾ ਕਿਸੇ ਚੀਜ਼ ਨੂੰ ਛੇੜੇ ਨਾ, ਇਸ ਨੂੰ ਜਿਹੜਾ ਹੈਗਾ ਇੰਟੈਕਟ ਰੱਖੇ। ਔਰ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਲੋਕਾਂ ਦੇ ਨਾਲ ਵੀ ਇਹੀ ਗੱਲ ਕਰਦੇ ਹਾਂ, ਬੇਨਤੀ ਕਰਦੇ ਹਾਂ ਕਿ ਆਓ ਦੇਖੋ, ਦੇਖਣ ਤੋਂ ਬਾਅਦ ਇਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਘੱਟੋ ਘੱਟ ਇੱਕੋ ਗੱਲ ਹੈਗੀ ਆ ਸੋਚਣ ਵਾਲੀ ਕਿ ਇਹ ਜ਼ਰੂਰ ਸੋਚਣ ਕਿ ਉਸ ਟਾਈਮ ਦੇ ਉੱਤੇ ਜਦੋਂ ਕੋਈ ਨਾਲ ਨਹੀਂ ਸੀ ਖੜਦਾ, ਜਦੋਂ ਸਾਹਿਬਜ਼ਾਦਿਆਂ ਦੇ ਦੇਹਾਂ ਦਾ ਕੋਈ ਸੰਸਕਾਰ ਨਹੀਂ ਸੀ ਕਰਨ ਦੇ ਰਿਹਾ, ਉਸ ਟਾਈਮ ਤੇ ਇਹ ਵਿਅਕਤੀ ਔਰ ਦੀਵਾਨ ਟੋਡਰਮਲ ਤੋਂ ਇਲਾਵਾ ਜਿਹੜਾ ਇੱਕ ਮੋਤੀ ਰਾਮ ਮਹਿਰਾ ਔਰ ਉਹ ਵਿਅਕਤੀ ਜਿਹੜਾ ਮੁਸਲਮਾਨ ਹੋ ਕੇ ਜਿਹਦਾ ਨਾਂ ਸ਼ੇਰ ਮੁਹੰਮਦ ਖਾਂ ਸੀ, ਇਹਨਾਂ ਨੇ ਜਿਨ੍ਹਾਂ ਨੇ ਵੀ ਹਾਂ ਦੇ ਨਾਰੇ ਮਾਰੇ, ਬਾਬਾ ਬੰਦਾ ਸਿੰਘ ਬਹਾਦਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਦੀਆਂ ਯਾਦਗਾਰਾਂ ਜਿੰਨੇ ਚਾਰੇ ਗੇਟ ਗੁਰਦੁਆਰਾ ਸਾਹਿਬ ਦੇ ਹੈਗੇ ਆ ਉਹਨਾਂ ਦੇ ਨਾਂ ਤੇ ਰੱਖੇ ਗਏ। ਦੀਵਾਨ ਟੋਡਰਮਲ ਦੇ ਨਾਂ ਤੇ, ਆਪਣਾ ਜਿਹੜਾ ਹੈਗਾ ਸੀ ਮੋਤੀ ਰਾਮ ਮਹਿਰਾ ਦੇ ਨਾਂ ਤੇ, ਔਰ ਜਿਹੜੇ ਸ਼ੇਰ ਮੁਹੰਮਦ ਖਾਂ ਦੇ ਨਾਂ ਤੇ, ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਤੇ, ਤੇ ਨਾਲ ਦੀ ਨਾਲ ਜਿਹੜਾ ਫਤਿਹਗੜ੍ਹ 'ਚ ਜਿੱਥੇ ਵੀ ਤੁਸੀਂ ਐਂਟਰ ਹੋਵੋਗੇ ਉਹਦੇ ਵੀ ਆਲੇ ਦੁਆਲੇ 4 ਗੇਟ ਬਣੇ ਵੀ ਹੈਗੇ, ਜਿਹੜੇ ਚਾਰੇ ਇਹਨਾਂ ਸ਼ਖਸਾਂ ਦੇ ਨਾਂ ਤੇ ਹੈਗੇ ਆ। ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੀਵਾਨ ਟੋਡਰਮਲ ਦੇ ਨਾਂ ਦੇ ਉੱਤੇ ਇੱਕ ਹਾਲ ਬਣਾਇਆ, ਜਿਹੜਾ ਕਿ ਬਾ ਕੀਮਤੀ ਹਾਲ ਹੈਗਾ। ਪਰ ਫਿਰ ਵੀ ਮੈਂ ਇਹ ਸਮਝਦਾ ਹੈਗਾ ਕਿ ਇੰਨਾ ਕੁਛ ਕਰਨ ਤੋਂ ਬਾਅਦ, ਇੰਨਾ ਕੁਛ ਬਣਾਉਣ ਤੋਂ ਬਾਅਦ, ਇੰਨਾ ਕੁਛ ਜਿੰਨਾ ਮਰਜ਼ੀ ਅਸੀਂ ਕਰੀ ਜਾਈਏ, ਪਰ ਉਹਨਾਂ ਦਾ ਦੇਣ ਨਹੀਂ ਦਿੱਤਾ ਜਾ ਸਕਦਾ। ਮੈਂ ਇਹ ਜਿਹੜੇ ਬਾਹਰਲੇ ਵਾਲੇ ਸੱਜਣ ਹੈਗੇ ਆ ਜਿਹੜੇ ਇੰਨੀ ਮਿਹਨਤ ਕਰ ਰਹੇ ਆ, ਖਾਸ ਤੌਰ 'ਤੇ ਧਾਮੀ ਸਾਹਿਬ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਜਿਨ੍ਹਾਂ ਨੇ ਜਾਤੀ ਤੌਰ 'ਤੇ ਇਹ ਜਿਹੜਾ ਬੀੜਾ ਉਠਾਇਆ, ਇਹਨਾਂ ਸਾਰਿਆਂ ਦਾ ਹੀ, ਸਰਦਾਰ ਲਖਵਿੰਦਰ ਸਿੰਘ ਜਿਨ੍ਹਾਂ ਦੇ ਮੈਂ ਪਹਿਲਾਂ ਵਿਅਕਤੀਆਂ ਦੇ ਨਾਂ ਦੱਸੇ ਆ, ਇਹਨਾਂ ਨੇ ਬੜਾ ਮਤਲਬ ਤਰੀਕੇ ਦੇ ਨਾਲ ਇਹ ਕੋਸ਼ਿਸ਼ ਜਾਰੀ ਕੀਤੀ ਵੀ ਹੈਗੀ ਆ ਕਿ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਸ ਹਵੇਲੀ ਨੂੰ, ਜਿਹੜਾ ਇਹਦਾ ਆਲਾ ਦੁਆਲਾ ਵੀ ਹੈਗਾ ਨਾ, ਇਹਨੂੰ ਅਸੀਂ ਬਹੁਤ ਹੀ ਖੂਬਸੂਰਤ ਬਣਾਵਾਂਗੇ। ਜਿਹੜੇ ਲੋਕ ਅੱਜ ਇਹ ਸੋਚਦੇ ਹੈਗੇ ਆ, ਇੱਕ ਖੰਡਰ ਦਿਖ ਰਹੇ ਆ ਜਿਨ੍ਹਾਂ ਨੂੰ, ਉਹ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਇੱਕ ਖੂਬਸੂਰਤ ਜਿਹੜਾ ਹੈਗਾ ਮੁਜੱਸਮਾ ਜਿਹੜਾ ਹੈਗਾ ਬਿਲਡਿੰਗ ਦਾ ਦਿਖਿਆ ਕਰੂਗਾ। ਔਰ ਆਉਣ ਵਾਲੇ ਟਾਈਮ ਦੇ ਵਿੱਚ, ਆਉਣ ਵਾਲੀ ਜਦੋਂ ਟਾਈਮ ਹੋਊਗਾ, ਉਦੋਂ ਲੋਕ ਇੱਥੇ ਵੀ ਆ ਕੇ, ਜਦੋਂ ਲੋਕ ਸਾਹਿਬਜ਼ਾਦਿਆਂ ਦੇ ਨਤਮਸਤਕ ਹੋਣ, ਮੈਂ ਬੇਨਤੀ ਉਹਨਾਂ ਨੂੰ ਕਰਦਾ ਕਿ ਉਹ ਇਸ ਜਗ੍ਹਾ ਨੂੰ ਵੀ ਦੇਖਣ ਆਉਣ ਕਿ ਇਸ ਵਿਅਕਤੀ ਦਾ ਅਹਿਸਾਨ ਸਿੱਖ ਕੌਮ 'ਤੇ ਕਿੱਡਾ ਵੱਡਾ ਹੈਗਾ। ਔਰ ਉਸਨੇ ਇਹ ਵੀ ਨਹੀਂ ਸੋਚਿਆ ਹੈਗਾ, ਇੱਥੇ ਤੱਕ ਵੀ ਹੈ ਕਿ ਉਸ ਦਾ ਸਿਲਾ ਉਹਨੂੰ ਕੀ ਮਿਲਿਆ ਕਿ ਉਹਦਾ ਪਰਿਵਾਰ ਜਿਹੜਾ ਸੀ ਉਹ ਸਾਰੇ ਦਾ ਸਾਰਾ ਕੋਹਲੂ ਦੇ ਵਿੱਚ, ਔਰ ਬਾਬਾ ਮੋਤੀ ਰਾਮ ਮਹਿਰਾ ਦਾ ਪਰਿਵਾਰ ਕੋਹਲੂ ਦੇ ਵਿੱਚ ਪੀੜ ਦਿੱਤਾ ਗਿਆ। ਪਰ ਇੱਕ ਐਸਾ ਮੀਲ, ਦੇਖੋ ਚਲੇ ਤਾਂ ਸਭ ਨਹੀਂ ਜਾਣਾ, ਪਰ ਜੋ ਉਹ ਜਿੰਦਾ ਹੋ ਗਿਆ ਅੱਜ, ਉਹ ਕਦੇ ਕੋਈ ਵਿਅਕਤੀ ਨਹੀਂ ਹੋ ਸਕੇਗਾ। ਤਾਂ ਬਿਲਕੁਲ ਤੁਹਾਨੂੰ ਦੀਵਾਨ ਟੋਡਰਮਲ ਦੀ ਜਿਹੜੀ ਹਵੇਲੀ ਦਿਖਾਈ, ਤੇ ਅਸੀਂ ਸ਼ੁਕਰਗੁਜ਼ਾਰ ਹਾਂ ਉਹਨਾਂ ਸਾਡੇ NRI ਵੀਰਾਂ ਦੇ ਵੀ, ਇਸ ਪੂਰੀ ਟਰਸਟ ਦੇ, ਜਿਨ੍ਹਾਂ ਦੇ ਵੱਲੋਂ ਇਹ ਬੀੜਾ ਉਠਾਇਆ ਗਿਆ ਹੈ ਕਿ ਇਸ ਨੂੰ ਕਿਸ ਤਰੀਕੇ ਦੇ ਨਾਲ ਫਿਰ ਤੋਂ ਸਹੀ ਰੱਖਿਆ ਜਾਵੇ। ਖਾਸ ਕਰਕੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਧਾਨ ਨੇ, ਉਹਨਾਂ ਧਾਮੀ ਸਾਹਿਬ ਦਾ ਵੀ, ਜਿਨ੍ਹਾਂ ਨੇ
ਖੁਦ ਜਾ ਕੇ ਜਿਹੜਾ ਗੱਲਬਾਤ ਕੀਤੀ ਹਾਈ ਕੋਰਟ ਦੇ ਜੱਜ ਦੇ ਨਾਲ ਗੱਲਬਾਤ ਕੀਤੀ ਕਿ ਸਾਨੂੰ ਇਹ ਬੀੜਾ ਦਿੱਤਾ ਜਾਏ ਤਾਂ ਜੋ ਅਸੀਂ ਇਸ ਵਿਰਾਸਤ ਨੂੰ ਜਿਹੜਾ ਸਾਂਭ ਸੰਭਾਲ ਸਕੀਏ। ਕੈਮਰਾਮੈਨ ਗੁਰਵਿੰਦਰ ਦੇ ਨਾਲ ਸ਼ਾਲੂ ਮਿਰੋਕ, ਫਤਿਹਗੜ੍ਹ ਸਾਹਿਬ।